ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਸਤਾਰ ਦੇ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦਸਤਾਰ, ਜਿਸ ਨੂੰ ਆਪਾਂ ਆਮ ਤੌਰ 'ਤੇ ਪੱਗ ਜਾਂ ਅੰਗਰੇਜ਼ੀ ਜਰਮਨ ਵਿੱਚ ਟਰਬਨ, ਫ੍ਰੈਂਚ ਵਿੱਚ ਟਲਬੈਂਡ, ਸਪੇਨੀ ਤੇ ਪੁਰਤਗਾਲੀ ਵਿੱਚ ਟਰਬੇਟੇ, ਡੈਂਚ ਵਿੱਚ ਟਲਬਨਜ਼, ਰੋਮਾਨੀ ਵਿੱਚ ਟੂਲੀਪਨ, ਲਾਤੀਨੀ ਵਿੱਚ ਮਾਈਟਰ ਅਤੇ ਤੁਰਕੀ ਵਿੱਚ ਸਾਰੀ ਕਿਹਾ ਜਾਂਦਾ ਹੈ। ਅਤੇ ਦਸਤਾਰ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ। ਹੁਣ ਅਸੀਂ ਸਿੱਖ ਇਤਿਹਾਸ ਵੱਲ ਝਾਤ ਮਾਰੀਏ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੇਸਾਂ ਦਾ ਸਤਿਕਾਰ ਕਰਦਿਆਂ ਸਿਰ ਤੇ ਸੁੰਦਰ ਦਸਤਾਰ ਸਜਾਉਂਦੇ ਸਨ। ਜਦੋਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਪੰਜ ਦੇ ਪਾਸ ਪੜ੍ਹਨ ਲਈ ਭੇਜਿਆ ਤਾਂ ਉਹਨਾਂ ਨੇ ਸਿਰ ਉੱਪਰ ਸੁੰਦਰ ਦਸਤਾਰ ਸਜਾਈ ਹੋਈ ਸੀ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਘਰ ਤੋਂ ਹਰ ਸਾਲ ਸਿਰੋਂ ਪਾਉ ਰੂਪ ਬਖਸ਼ਿਆ ਜਾਂਦਾ ਸੀ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਾਰ ਦੀ ਮਹੱਤਤਾ ਨੂੰ ਸਮਝਦੇ ਹੋਏ ਦੋਹਰੀ ਦਸਤਾਰ ਸਜਾਈ, ਜਿਸ ਦੀ ਸੁੰਦਰਤਾ ਦੇ ਜਾਹੋ ਜਲਾਲ ਦਾ ਜ਼ਿਕਰ ਸਮਕਾਲੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਕੀਤਾ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਜਿੱਥੇ ਸਿੱਖਾਂ ਨੂੰ ਨਿਵੇਕਲੀ ਪਹਿਚਾਣ ਦਿੱਤੀ, ਉੱਥੇ ਦਸਤਾਰ ਨੂੰ ਸਿੱਖਾਂ ਦਾ ਜ਼ਰੂਰੀ ਅੰਗ ਬਣਾ ਕੇ ਇਹਨਾਂ ਨੂੰ ਸਦਾ ਲਈ ਸਰਦਾਰੀਆਂ ਬਖਸ਼ ਦਿੱਤੀਆਂ ਅਤੇ ਦਸਤਾਰ ਸੰਬੰਧੀ ਵਿਸ਼ੇਸ਼ ਰਹਿਤਾਂ ਵੀ ਲਾਗੂ ਕੀਤੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਤਾਰ ਦੇ ਬੰਦੇਜ ਨੂੰ ਸੋਧ ਸੰਵਾਰ ਕੇ ਗੁਰਮੁਖੀ ਦਸਤਾਰੇ ਦਾ ਨਾਂ ਦਿੱਤਾ ਗਿਆ। ਸੰਮਤ 1756 ਬਿਕਰਮੀ ਵਿੱਚ ਜਦ ਖਾਲਸਾ ਪੰਥ ਸਾਜਿਆ ਤਾਂ ਰਹਿਤਨਾਮਿਆਂ ਅਨੁਸਾਰ ਦਸਤਾਰ ਸਿੱਖ ਪੰਥ ਦਾ ਇੱਕ ਲਾਜ਼ਮੀ ਅੰਗ ਕਰਾਰ ਦਿੱਤਾ ਗਿਆ ਤੇ ਹੁਕਮ ਦਿੱਤਾ ਗਿਆ ਕਿ ਜੋ ਸਿੱਖ ਦਸਤਾਰਹੀਨ ਹੋਵੇਗਾ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇਗਾ। ਇਨ੍ਹਾਂ ਹੀ ਰਹਿਤਨਾਮਿਆਂ ਦੇ ਕਾਰਨ ਸਿੱਖਾਂ ਵਿੱਚੋਂ ਕਈ ਜਥੇਬੰਦੀਆਂ ਦੇ ਸਿੱਖ ਨਾ ਕੇਵਲ ਆਪ ਹੀ ਦਸਤਾਰਾਂ ਸਜਾਉਂਦੇ ਸਨ, ਸਗੋਂ ਉਹਨਾਂ ਦੀਆਂ ਸਿੰਘਣੀਆਂ ਵੀ ਦਸਤਾਰਾਂ ਸਜਾਉਂਦੀਆਂ ਸਨ। ਜੇ ਸਿੰਘ ਪਰਿਵਾਰ ਸਮੇਤ ਦਸਤਾਰ ਦਾ ਧਾਰਨੀ ਨਾ ਹੋਵੇ ਤਾਂ ਉਸ ਨੂੰ ਆਪਣੇ ਜੱਥੇ ਵਿੱਚ ਸ਼ਾਮਲ ਨਹੀਂ ਕਰਦੇ ਸਨ। ਦਸਤਾਰ ਵਿੱਚ ਫਰ ਹਰਾ ਲਾਉਣ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਅਨੰਦਪੁਰ ਸਾਹਿਬ ਤੇ 16 ਜਨਵਰੀ 1704 ਨੂੰ ਹਮਲਾ ਕੀਤਾ। ਇਸ ਜੰਗ ਵਿੱਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ। ਭਾਈ ਸਾਹਿਬ ਸਿੰਘ ਨੂੰ ਜਦੋਂ ਇੱਕ ਗੋਲੀ ਪਹਾੜੀ ਫੌਜੀ ਦੀ ਆ ਕੇ ਲੱਗੀ ਤਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ। ਇਹ ਇਤਲਾਹ ਜਦੋਂ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਹਨਾਂ ਆਪਣੀ ਛੋਟੀ ਦਸਤਾਰ ਵਿੱਚੋਂ ਇੱਕ ਲੀਰ ਪਾੜ ਕੇ ਦਸਤਾਰ ਦੇ ਉੱਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨੇ ਜੰਗ ਵਿੱਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ ਯਾਨੀ ਕਿ ਫਰ ਹਰਾ ਸਜਾਇਆ ਕਰਨਗੇ। ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਆਪਣੀਆਂ ਕੇਸਕੀਆਂ ਵਿੱਚੋਂ ਲੀਰਾਂ ਪਾੜ ਕੇ ਦਸਤਾਰਾਂ ਉੱਪਰ ਸਜਾ ਲਈਆਂ। ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਨਿਸ਼ਾਨ ਸਾਹਿਬ ਵਾਲੇ ਲੀਲੇ ਬਾਣੇ ਦਾ ਜੱਥਾ ਪੰਥ ਵਿੱਚ ਬੜਾ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਨਿਹੰਗਾਂ ਦਾ ਜਨਮ ਮੰਨਿਆ ਜਾਂਦਾ ਹੈ। ਖਾਲਸੇ ਦੇ ਬੋਲਾਂ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਕਹਿੰਦੇ ਹਨ। ਦਸਤਾਰ ਸਿੱਖ ਸੱਭਿਆਚਾਰ ਦਾ ਕੇਂਦਰੀ ਬਹਾਦਰੀ ਦਾ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਮ ਵੱਖ-ਵੱਖ ਜ਼ਬਾਨਾਂ ਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਸਾਮਾ, ਪੱਗ, ਸਾਫਾ, ਚਮਲਾ, ਚੀਰਾ, ਦੁਲਬੰਦ, ਪੂਸ਼ਣਕ, ਟਰਬਨ, ਤੁਰਬਾਂਤੇ। ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿੱਚ ਸ਼ੁਰੂ ਹੋਈ, ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਅਰਬ ਤੇ ਈਰਾਨ ਦੇਸ਼ਾਂ ਵਿੱਚ ਦਸਤਾਰ ਨੂੰ ਖਾਸ ਮੁਕਾਮ ਹਾਸਲ ਰਿਹਾ ਹੈ। ਜਾਪਦਾ ਹੈ ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀਆਂ ਤੱਕ ਪੁੱਜਿਆ ਹੈ। 15ਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਦੀਆਂ ਤੋਂ ਮੁਸਲਮਾਨਾਂ ਤੇ ਪੈਗੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ਤੇ ਦਸਤਾਰ ਬੰਨ੍ਹਦੇ ਸਨ। ਅੱਜ ਤੇ ਜਨ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਬਾਬਾ ਫਰੀਦ ਜੀ ਦੇ ਅਸੀਂ ਇਹਨਾਂ ਬੋਲਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਸਤਾਰ ਦਾ ਰਿਵਾਜ ਕਿੰਨਾ ਕੁ ਪੁਰਾਣਾ ਹੈ। ਉਹਨਾਂ ਦੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜੋ ਕਿ ਇਸ ਪ੍ਰਕਾਰ ਹਨ। ਫਰੀਦਾ ਮੈਂ ਭੁਲਾਵਾਂ ਪੱਗ ਦਾ
ਮਤ ਮੈਲੀ ਹੋਏ ਜਾਏ, ਗਹਿਲਾ ਰੂ ਨਾ ਜਾਣੀ ਸਿਰ ਪੀ ਮਿੱਟੀ ਖਾਏ। ਬਾਬਾ ਫਰੀਦ ਜੀ ਦਾ ਜਨਮ 11ਵੀਂ ਸਦੀ ਵਿੱਚ ਹੋਇਆ, ਤੋਂ ਅਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ 11ਵੀਂ ਸਦੀ ਵਿੱਚ ਵੀ ਲੋਕ ਸਿਰ ਤੇ ਦਸਤਾਰ ਬੰਨ੍ਹਦੇ ਸਨ। ਆਓ ਹੁਣ ਅਸੀਂ ਕੁਝ ਨਵੇਂ ਰਿਵਾਜ਼ ਦੀਆਂ ਅਤੇ ਪੁਰਾਣੇ ਰਿਵਾਜ਼ ਦੀਆਂ ਦਸਤਾਰਾਂ ਵੱਲ ਝਾਤ ਮਾਰੀਏ। ਇਹ ਜੋ ਤੁਸੀਂ ਤਸਵੀਰ ਵੇਖ ਰਹੇ ਹੋ, ਇਹ ਨਿਹੰਗ ਸਿੰਘ ਦਾ ਦਸਤਾਰਾ ਹੈ, ਜਿਸ ਨੂੰ ਅਸੀਂ ਦੁਮਾਲਾ ਵੀ ਕਹਿ ਦਿੰਦੇ ਹਾਂ। ਇਹ 1.25 ਫੁੱਟ ਉੱਚਾ ਹੁੰਦਾ ਹੈ। ਆਮ ਤੌਰ 'ਤੇ ਕੰਨ ਵੀ ਕੱਜੇ ਹੁੰਦੇ ਹਨ। ਇਸ ਪੱਗ ਦੀ ਲੰਬਾਈ 5 ਪੱਗਾਂ ਜਿੰਨੀ ਹੁੰਦੀ ਹੈ। ਇਹ ਦੁਮਾਲਾ ਖਾਲਸੇ ਦੇ 5 ਰੰਗਾਂ ਵਿੱਚੋਂ ਹੀ ਬੰਨ੍ਹਿਆ ਜਾਂਦਾ ਹੈ: ਨੀਲਾ, ਕਾਲਾ, ਪੀਲਾ, ਚਿੱਟਾ, ਸੰਤਰੀ। ਅਤੇ ਜੋ ਪੱਗ ਹੈ ਉਸ ਨੂੰ ਅਸੀਂ ਕਿਸੇ ਵੀ ਰੰਗ ਦੀ ਬੰਨ੍ਹ ਸਕਦੇ ਹਾਂ। ਇਸ ਪੱਗ ਦੇ ਉੱਪਰਲੇ ਸਿਰ 'ਤੇ ਦੁਮਾਲਾ ਇੱਕ ਤਰ੍ਹਾਂ ਦਾ ਫਹਿਰਾ, ਜੋ ਕਲਗੀ ਦਾ ਪ੍ਰਤੀਕ ਅਤੇ ਸ਼ਾਹੀ ਦਿਖਦਾ ਹੈ, ਬੰਨ੍ਹਿਆ ਹੁੰਦਾ ਸੀ। ਜੰਗ ਦੇ ਸਮੇਂ ਦੁਸ਼ਮਣ ਦੇ ਵਾਰ ਤੋਂ ਸੁਰੱਖਿਅਤ ਰਹਿਣ ਲਈ ਨਿਹੰਗ ਸਿੰਘਾਂ ਨੇ ਆਪਣੀ ਦਸਤਾਰ ਸਭ ਪਾਸਿਓਂ ਤੋਂ ਲੋਹੇ ਦੀ ਬਣੀ ਤਾਰ ਜਾਂ ਬਰੀਕ ਜੰਜੀਰ ਨਾਲ ਕੱਸੀ ਹੁੰਦੀ ਸੀ। ਇਸ ਉੱਤੇ 3-4 ਚੱਕਰ ਥੋੜ੍ਹੀ ਥੋੜ੍ਹੀ ਵਿੱਥ 'ਤੇ ਟਕਾਏ ਹੁੰਦੇ ਸਨ। ਇਸ ਤੋਂ ਇਲਾਵਾ ਖਾਲਸਾਈ ਨਿਸ਼ਾਨ ਤੇ ਛੋਟੇ ਆਕਾਰ ਦੀਆਂ ਕਿਰਪਾਨਾਂ ਅਤੇ ਖੰਡੇ ਚਿੰਨ੍ਹਾਤਮਕ ਤੌਰ 'ਤੇ ਟੰਗੇ ਹੁੰਦੇ ਸਨ। ਇਸ ਦਾ ਵਜ਼ਨ 6 ਕਿਲੋ ਤੋਂ 15 ਕਿਲੋ ਤੱਕ ਹੁੰਦਾ ਸੀ। ਇਹ ਦਸਤਾਰਾ ਅੱਜ ਨਿਹੰਗ ਸਿੰਘਾਂ ਦੇ ਸੀਸ 'ਤੇ ਬੜੀ ਸੱਜ-ਧੱਜ ਨਾਲ ਸੁਸ਼ੋਭਿਤ ਹੈ। ਨਾਮਧਾਰੀ ਪੱਗ ਕੰਨਾਂ ਤੋਂ ਉੱਪਰ ਨੁੱਕਰਾਂ ਵਾਲੀ ਸਫੇਦ ਰੰਗ ਦੀ ਹੁੰਦੀ ਹੈ। ਨੁੱਕਰਾਂ ਰਹਿਤ ਗੋਲ ਪੱਗ ਦਾ ਰਿਵਾਜ ਸਿੱਖ ਸੰਤਾਂ ਸਾਧਾਂ ਵਿੱਚ ਹੈ। ਤੁਰੇ ਤੇ ਲੜੇ ਵਾਲੀ ਪੱਗ ਸਿੱਖਾਂ ਅਤੇ ਹਿੰਦੂਆਂ ਵਿੱਚ ਪੁਲਸੀਏ ਅਤੇ ਮੁਸਲਮਾਨਾਂ ਅੰਦਰ ਬਹੁਤ ਪਾਉਂਦੇ ਹਨ। ਗੈਰ ਸਿੱਖ ਬੈਠਵੀਂ ਪੱਗ ਦੇ ਤੁਰੇ ਦਾ ਲੜ ਪਿੱਠ 'ਤੇ ਰੱਖ ਕੇ ਲਮਕਾਉਂਦੇ ਹਨ। ਇਸ ਤਰ੍ਹਾਂ ਦੀ ਦਸਤਾਰ ਜ਼ਿਆਦਾਤਰ ਪਾਕਿਸਤਾਨ, ਈਰਾਨ, ਅਫਗਾਨਿਸਤਾਨ ਅਤੇ ਟਾਵੀਂ ਭਾਰਤ ਵਿੱਚ ਵੀ ਬੰਨ੍ਹਦੇ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਦਸਤਾਰ 'ਤੇ ਮਾਲਾ ਮੋਤੀ ਮਣਕੇ ਸਜਾ ਕੇ ਦਸਤਾਰ ਨੂੰ ਹੋਰ ਵੀ ਸਜਾਇਆ ਜਾਂਦਾ ਸੀ, ਜਿਸ ਨਾਲ ਹੋਰ ਵੀ ਰੋਹ ਪੈਂਦਾ ਸੀ। ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ, ਇਹ ਪਹਿਲਾਂ ਦੇ ਮਹਾਰਾਜੇ ਦੀਆਂ ਹਨ, ਜੋ ਸਿਰ 'ਤੇ ਦਸਤਾਰ ਸਜਾਉਂਦੇ ਸਨ, ਕਲਗੀ ਸਜਾਉਂਦੇ ਸਨ ਅਤੇ ਸਿੱਖੀ ਨੂੰ ਕਾਇਮ ਰੱਖਦੇ ਸਨ। ਆਖਰ ਵਿੱਚ ਇਹ 2 ਗੱਲਾਂ ਕਹਿ ਕੇ ਅਸੀਂ ਸਮਾਪਤੀ ਕਰੀਏ ਕਿ ਅਸਲ ਗੱਲ ਇਹ ਨਹੀਂ ਕਿ ਕਿਸੇ ਨੇ ਸਿਰ 'ਤੇ ਦਸਤਾਰ ਸਜਾਈ ਹੈ। ਅਸਲ ਗੱਲ ਇਹ ਹੈ ਕਿ ਉਸ ਨੂੰ ਇਸ ਦਸਤਾਰ ਦੀ ਕਿੰਨੀ ਕੁ ਸਮਝ ਹੈ। ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਮੈਨੂੰ ਸਿੱਖ ਨਹੀਂ ਪਿਆਰਾ, ਸਿੱਖ ਦੀ ਰਹਿਤ ਪਿਆਰੀ ਹੈ। ਆਓ ਹੁਣ ਅਸੀਂ ਵੀ ਇਹਨਾਂ ਗੱਲਾਂ ਵੱਲ ਗੌਰ ਕਰੀਏ, ਸਿਰ 'ਤੇ ਦਸਤਾਰ ਸਜਾਈਏ ਤਾਂ ਜੋ ਅਸੀਂ ਸਿੱਖੀ ਨੂੰ ਕਾਇਮ ਰੱਖ ਸਕੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਸੁਨੇਹਾ ਦੇ ਸਕੀਏ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਰਾਹੀਂ ਕੁਝ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।